ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਗੁਰ ਉਪਦੇਸ਼ ਹਿਰਦੈ ਜਿਨ ਧਾਰਾ, ਸੋ ਭਵ ਸਾਗਰ ਉਤਰਾ ਪਾਰਾ। ਗੁਰ ਉਪਦੇਸ਼ ਹਿਰਦੈ ਜਿਨ ਧਾਰਾ, ਸੋ ਭਵ ਸਾਗਰ ਉਤਰਾ ਪਾਰਾ। ਸਤਨਾਮ ਸ੍ਰੀ ਵਾਹਿਗੁਰੂ ਜੀ। ਜੈਸੇ ਜਲ ਧੋਏ ਬਿਨ ਅੰਬਰ ਮਲੀਨ ਹੋਤ, ਬਿਨ ਤੇਲ ਮਿਲ ਜੈਸੇ ਕੇਸੋਂ ਪਿਆਨ ਹੈ। ਜੈਸੇ ਬਿਨ ਮਾਂਜੇ ਦਰਪਨ ਜੋਤਹੀਨ ਹੋਤ, बरखा विहोन जैसे खेत में न थान है। जैसे बिन दीपक भवन अंधकार होत, लोने कृत बिना जैसे भोजन समान है। तैसे बिन साध संगत जन्म मरण दुख, मिटत न भ्रम भय बिन गुर ज्ञान है। ਏਕ ਓੰਕਾਰਾ ਸਤਿਗੁਰੂ ਤੇ ਪ੍ਰਸਾਦ ਸੱਚ ਹੋਈ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਵਿਨਾਸ਼ਨ ਸੋਈ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਵਿਨਾਸ਼ਨ ਸੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ, ਜਿਤਨੇ ਵੀ ਮਾਈ ਭਾਈ ਨੇਮੀ ਪ੍ਰੇਮੀ ਦੂਰੋਂ ਨੇੜੇ ਚੱਲ ਕਰਕੇ ਮਹਾਂਪੁਰਖਾਂ ਦੇ ਪਵਿੱਤਰ ਪਾਵਨ ਅਸਥਾਨ ਅਥਵਾ ਗੁਰੂ ਬਾਬਾ ਜੀ ਦੇ ਸੱਚਖੰਡ ਦਰਬਾਰ ਦੇ ਵਿੱਚ ਪਹੁੰਚੇ ਹੋ। ਸਤਿਗੁਰਾਂ ਦੇ ਚਰਨਾਂ 'ਚ ਹਾਜ਼ਰੀ ਲਵਾਉਣ ਵਾਸਤੇ ਆਪਣੀਆਂ ਚਿੱਤ ਬਿਰਤੀਆਂ ਬਾਹਰੋਂ ਕਾਗਰ ਕਰਨ ਦੀ ਖਿਚਲ ਕਰੋ। ਭਗਤ ਵਸ਼ਲ ਪਤਤ ਪਾਵਨ ਦੀਨਾ ਬੰਧੂ ਤੰਨੇ, ਲੋਕਾਂ ਦੇ ਮਾਲਕ ਸਾਂਝੇ ਰਹਿਬਰ ਨਿਰੰਕਾਰੀ ਜੋਤ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਪਾਵਨ ਕਥਾ ਚੱਲ ਰਹੀ ਹੈ। ਪਿਛਲੇ ਪ੍ਰਕਰਨ ਦੇ ਵਿੱਚ ਅਸੀਂ ਇਹ ਵਿਚਾਰ ਸਰਵਣ ਕੀਤੀ, ਜਦੋਂ ਗੁਰੂ ਬਾਬਾ ਜੀ ਸੰਸਾਰ ਦਾ ਉਧਾਰ ਕਰਦਿਆਂ ਹੋਇਆਂ ਜਿਹੜਾ ਹਿੰਦੁਸਤਾਨ ਦਾ ਪੁਰਾਤਨ ਸਮੇਂ ਦਾ ਵਸਿਆ ਹੋਇਆ ਸ਼ਹਿਰ ਬਨਾਰਸ ਨਾਮ ਕਰਕੇ, ਇੱਥੇ ਸਦੀਆਂ ਤੋਂ ਹੀ ਸਾਧੂ ਮਹਾਤਮਾ ਬ੍ਰਾਹਮਣ ਲੋਕ ਸੰਸਕ੍ਰਿਤ ਵਿਦਿਆ ਪੜ੍ਹਾਇਆ ਕਰਦੇ ਸੀ। ਅੱਜ ਕੱਲ੍ਹ ਵੀ ਬੜੇ ਹੋ ਜਿਹੇ ਆਸ਼ਰਮ ਸਾਧੂਆਂ ਮਹਾਤਮਾ ਦੇ ਬਣਾਏ ਹੋਏ ਹਨ। ਅਗਰ ਕਿਸੇ ਦੇ ਮਨ ਦੇ ਵਿੱਚ ਦੇਵ ਬਾਣੀ ਪੜ੍ਹਨ ਦਾ ਸ਼ੌਂਕ ਪੈਦਾ ਹੋ ਗਿਆ ਹੈ, ਉਹ ਜ਼ਿਆਦਾਤਰ ਬਨਾਰਸ ਕਾਸ਼ੀ ਸ਼ਹਿਰ ਦੇ ਵਿੱਚ ਹੀ ਇਹ ਵਿਦਿਆ ਹਾਸਲ ਕਰਿਆ ਕਰਦੇ ਹਨ। ਇਹਨੂੰ ਬੜੇ ਲੰਮੇ ਸਮੇਂ ਤੋਂ ਇੱਕ ਜਿਹੜਾ ਸੰਸਕ੍ਰਿਤ ਦਾ ਕੇਂਦਰ ਵੀ ਮੰਨਿਆ ਜਾਂਦਾ ਹੈ। ਗੁਰੂ ਘਰ ਦੇ ਵਿੱਚ ਜਿਵੇਂ ਤਖਤ ਸ੍ਰੀ ਦਮਦਮਾ ਸਾਹਿਬ ਨੂੰ ਗੁਰੂ ਕੀ ਕਾਸ਼ੀ ਦਾ ਮਾਣ ਸਤਿਕਾਰ ਪ੍ਰਾਪਤ ਹੋਇਆ ਹੈ। ਦਸ਼ਮੇਸ਼ ਪਿਤਾ ਨੇ ਬੜੇ ਵਰਦਾਨ ਤਖਤ ਸ੍ਰੀ ਦਮਦਮਾ ਸਾਹਿਬ ਗੁਰੂ ਕੀ ਕਾਸ਼ੀ ਨੂੰ ਬਖਸ਼ੇ ਹੋਏ ਹਨ। ਗਿਆਨੀ ਗਿਆਨ ਸਿੰਘ ਜੀ ਨੇ ਵੀ ਬੜੇ ਪ੍ਰਵਚਨ ਆਪਣੇ ਵੱਲੋਂ ਲਿਖੇ ਹੋਏ ਨੇ ਵੀ ਜਿਹੜਾ ਭਾਵੇਂ ਕੋਈ ਬੈਲ ਬੁੱਧੀ ਵਾਲਾ ਵੀ ਆ ਗਿਆ, ਉਹਨੂੰ ਆ ਜਿਹੜੀ ਗੁਰਮੁਖੀ ਵਿਦਿਆ ਆਪਣੇ ਆਪ ਹੀ
ਆ ਜਾਣੀ ਹੈ। ਕਾਫੀ ਟਾਈਮ ਪਹਿਲਾਂ ਬੜੇ ਬੱਚੇ ਗੁਰੂ ਕੀ ਕਾਂਸ਼ੀ ਦਮਦਮਾ ਸਾਹਿਬ ਰਾਗ ਵਿਦਿਆ ਜਾਂ ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੰਥਿਆ ਕਰਨ ਦੇ ਲਈ ਦੂਰੋਂ ਦੂਰੋਂ ਪੜ੍ਹੇ ਬੱਚੇ ਪੜ੍ਹਨ ਵਾਸਤੇ ਆਇਆ ਕਰਦੇ ਸੀ। ਜਿਹੜੀ ਹੈ ਸਨਾਤਨ ਮਤ ਦੇ ਵਿੱਚ ਕਾਂਸ਼ੀ ਸ਼ਹਿਰ ਨੂੰ ਵੀ ਬੜਾ ਮਾਣ ਸਤਿਕਾਰ ਪ੍ਰਾਪਤ ਹੋਇਆ ਹੈ। ਉਸ ਨਗਰ ਦੇ ਵਿੱਚ ਗੁਰੂ ਬਾਬਾ ਜੀ ਨੇ ਜਦੋਂ ਆਪਣੇ ਚਰਨ ਪਾਏ, ਜਿਹੜਾ ਸੀ ਉਸ ਟਾਈਮ ਦਾ ਗੋਪਾਲ ਦੱਤ ਨਾਮ ਕਰਕੇ ਬਹੁਤ ਵੱਡਾ ਮਹਾਨ ਵਿਦਵਾਨ ਪੜ੍ਹਿਆ ਲਿਖਿਆ, ਉਹਨੇ ਵੀ ਹੋਰ ਇਕੱਠੇ ਕਰ ਲਏ, ਹੋਰ ਬੜੇ ਬ੍ਰਾਹਮਣ ਵਿਦਿਆ ਪੜ੍ਹੇ ਹੋਏ ਵੀ ਜਾ ਕੇ ਆਪਾਂ ਇਹਨਾਂ ਦੇ ਨਾਲ ਗਿਆਨ ਚਰਚਾ ਕਰਨੀ ਹੈ। ਪਰ ਗੁਰੂ ਬਾਬਾ ਜੀ ਨੇ ਐਸਾ ਖੇਲ ਕੌਤਕ ਵਰਤਾਇਆ ਦੇ ਕਰਕੇ ਇਹਨਾਂ ਦੇ ਮਨ ਦੇ ਵਿੱਚ ਬੜਾ ਡਰ ਸਹਿਮ ਗਏ। ਐਸੀ ਕਲਾ ਗੁਰੂ ਬਾਬਾ ਜੀ ਨੇ ਜਦੋਂ ਵਰਤਾਈ, ਜੋ ਵੀ ਇਹਨਾਂ ਨੇ ਪ੍ਰਸ਼ਨ ਕੀਤੇ, ਮਹਾਰਾਜ ਵਿਦਿਆ ਪੜ੍ਹਦਿਆਂ ਤਾਂ ਸਾਡੀ ਜ਼ਿੰਦਗੀ ਲੰਘ ਗਈ, ਪਰ ਜਿਹੜਾ ਮਨੋਰਥ ਹੈ ਨਾ ਮਨ ਦੇ ਵਿੱਚ ਭਰਿਆ ਹੋਇਆ ਉਹ ਅਜੇ ਪੂਰਾ ਨਹੀਂ ਹੋਇਆ। ਚਿੱਤ ਦੇ ਵਿੱਚ ਨਾ ਕਦੇ ਸ਼ਾਂਤੀ, ਨਾ ਕਦੇ ਚੈਨ, ਨਾ ਕਦੇ ਟਿਕਾ ਵੀ ਨਹੀਂ ਪੈਦਾ ਹੋਇਆ। ਅਜੇ ਤੱਕ ਵਿਦਿਆ ਰੋਜ਼ ਹੀ ਪੜ੍ਹੀ ਜਾਂਦੇ ਆ, ਬੜੇ ਬੜੇ ਧਰਮ ਗ੍ਰੰਥਾਂ ਨੂੰ। ਉਸ ਸਮੇਂ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਐਸੀਆਂ ਸੁੰਦਰ ਮਿਸਾਲਾਂ ਦੇ ਕਰਕੇ ਇਹਨਾਂ ਨੂੰ ਸਮਝਾਇਆ ਵੀ ਵਿਦਿਆ ਤਾਂ ਪੜ੍ਹਦਿਆਂ ਜ਼ਰੂਰ, ਪਰ ਅਮਲ ਨਹੀਂ ਨਾ ਕੀਤਾ। ਰਿਸ਼ੀਆਂ ਮੁਨੀਆਂ ਦਾ ਜੋ ਉਪਦੇਸ਼ ਹੈ, ਜਿਹੜੀ ਸਿੱਖਿਆ ਪ੍ਰਾਪਤ ਕਰਨੀ ਸੀ, ਉਹ ਤਾਂ ਅਜੇ ਤੱਕ ਅੰਦਰ ਧਾਰਨ ਨਹੀਂ ਕੀਤੀ। ਵੀ ਜਿਵੇਂ ਇੱਕ ਹੁੰਦੇ ਨੇ ਗੱਤਕਾ ਖੇਲਣ ਵਾਲੇ, ਹਥਿਆਰ ਤਾਂ ਉਹਨਾਂ ਦੇ ਹੱਥਾਂ ਦੇ ਵਿੱਚ ਵੀ ਪਕੜੇ ਹੁੰਦੇ ਹਨ, ਪਰ ਮਜ਼ਾਲ ਕੀ ਹੈ ਦੂਸਰੇ ਦੇ ਨਾ ਕਦੇ ਉਹਨਾਂ ਨੇ ਹੱਥ ਪੈਰ ਵੀ ਨਹੀਂ ਕੱਟਣੇ ਹਨ, ਨਾ ਕਦੇ ਕਰਨ ਜ਼ਖਮ। ਸ਼ਾਸਤਰ ਚਲਾਉਂਦੇ ਨੇ ਬੜੀ ਤੇਜ਼ੀ ਦੇ ਨਾਲ, ਦੂਸਰਿਆਂ ਦੇ ਸਾਹਮਣੇ ਕੋਈ ਵੀ ਸਰੀਰ ਦੇ ਉੱਪਰ ਜ਼ਖਮ ਨਹੀਂ ਹੁੰਦਾ। ਗੁਰੂ ਬਾਬਾ ਜੀ ਕਹਿਣ ਲੱਗੇ ਇਸੇ ਤਰ੍ਹਾਂ ਤੁਸੀਂ ਸਮਝ ਲਓ। ਦੂਜੇ ਨੰਬਰ 'ਤੇ ਜਿਹੜੇ ਯੋਧੇ ਸੂਰਮੇ, ਉਹ ਫਿਰ ਆਪਣੇ ਅਗਿਆਨ ਰੂਪੀ ਬੈਰੀ ਦੁਸ਼ਮਣ ਦੇ ਕਿਹੜੇ ਕਿਹੜੇ ਵੱਡੇ ਅੰਗ ਨੇ, ਕਾਮ ਹੈ, ਕ੍ਰੋਧ ਹੈ, ਲੋਭ ਹੈ, ਹੰਕਾਰ ਹੈ, ਆ ਗੁਰੂ ਦਾ ਸ਼ਬਦ ਰੂਪੀ ਲੈ ਕਰਕੇ ਸ਼ਾਸਤਰ, ਜਿਨ੍ਹਾਂ ਨੇ ਅਗਿਆਨ ਰੂਪੀ ਦੁਸ਼ਮਣ ਦੀਆਂ ਸਾਰੀ ਅੰਗ ਲਾ ਕੇ ਸੁੱਟ ਦਿੱਤੇ, ਉਹਨੇ ਅਮਲ ਕਰਨ ਵਾਲੇ ਸਾਧੂ ਮਹਾਤਮਾ ਫਕੀਰ ਸੁਣ ਕਰਕੇ ਇਹਨਾਂ ਦੇ ਮਨ ਦਾ ਜਿਹੜਾ ਭਰਮ ਦੂਰ ਹੋ ਗਿਆ। ਸਤਿਗੁਰੂ ਜੀ ਕਹਿਣ ਲੱਗੇ ਵੀ ਕਈ ਐਸੇ ਅਨੁਭਵੀ ਰਿਸ਼ੀਆਂ ਮੁਨੀਆਂ ਦੇ ਜਿਹੜੇ ਬਣਾਏ ਹੋਏ ਗ੍ਰੰਥ, ਉਹ ਵੀ ਤੁਸੀਂ ਬਾਚਦੀ ਰਹਿੰਦੇ ਹੋ ਤਕਰੀਬਨ ਰੋਜ਼ ਦੀ ਰੋਜ਼। ਉਹ ਸਮਝ ਲਓ ਵੀ ਜਿਵੇਂ ਸ਼ਾਸਤਰ ਬਣਾਉਣ ਵਾਲੇ ਹੋਇਆ ਕਰਦੇ ਹਨ। ਅੱਗੇ ਜਿਹੜੇ ਸਿਕਲੀਗਰ ਨੇ ਉਹ ਕਰਦੇ ਨੇ ਸ਼ਾਸਤਰਾਂ ਦੀ ਸਫਾਈ, ਪਰ ਉਹਨਾਂ ਫੌਲਾਦੀ ਲੋਹੇ ਦੇ ਸ਼ਾਸਤਰਾਂ ਨੂੰ ਹੱਥ ਦੇ ਵਿੱਚ ਪਕੜ ਕਰਕੇ ਚਲਾਉਂਦਾ ਕੌਣ ਹੈ? ਮੈਦਾਨੇ ਜੰਗ ਦੇ ਵਿੱਚ ਜਿਹੜੇ ਨੇ ਉਹਨਾਂ ਅਨੁਭਵੀ ਸ਼ੰਕਰਾਚਾਰੀਆ ਵਰਗੇ ਇਹੋ ਜਿਹੇ ਧਰਮ ਗ੍ਰੰਥ ਜੋ ਵੀ ਰਚੇ ਹੋਏ ਹਨ, ਜਿਹੜੇ ਉਹਨਾਂ ਦਾ ਅੱਗੇ ਕਰਦੇ ਨੇ ਟੀਕਾ ਕਹਿ ਲਓ, ਅਰਥ ਵਗੈਰਾ। ਬੜੇ ਬੜੇ ਪੰਡਿਤ ਲੋਕ ਉਹ ਸਿਕਲੀਗਰਾਂ ਦੇ ਸਮਾਨ, ਪਰ ਜਿਨ੍ਹਾਂ ਨੇ ਵਿਦਿਆ ਪੜ੍ਹ ਕੇ ਕਰ ਲਈ ਕਮਾਈ,
ਦਰਅਸਲ ਉਹ ਨੇ ਬਾਦਰ ਸੌਦਿਆਂ ਦੇ ਬਰਾਬਰ ਵੀ ਜਿਹੜਾ ਸਾਹਮਣੇ ਆ ਗਿਆ ਉਹਨਾਂ ਨੇ ਲਿਆ ਥੋੜੋ ਕਰਨੀ ਹੈ, ਚਾਹੇ ਬਾਂਹ ਆ ਗਈ। ਕਈਆਂ ਦੀਆਂ ਤਾਂ ਧੌਣਾਂ ਵੀ ਕੱਟੀਆਂ ਜਾਂਦੀਆਂ ਹਨ। ਸਤਿਗੁਰੂ ਜੀ ਕਹਿਣ ਲੱਗੇ ਵੀ ਜਿਹੜੇ ਨੇ ਸਾਧੂ ਮਹਾਤਮਾ ਖੁਦਾ ਦੇ ਫਕੀਰ, ਉਹ ਫਿਰ ਇਹੋ ਜਿਹੇ ਸ਼ਬਦ ਰੂਪੀ ਸਤਰ ਨੂੰ ਪਕੜ ਕਰਕੇ ਜਿਹੜਾ ਆਪਣਾ ਅਗਿਆਨ ਰੂਪੀ ਦੁਸ਼ਮਣ ਦੇ ਜੋ ਅੰਗ ਨੇ ਉਹਨਾਂ ਨੂੰ ਵੀ ਕੱਟ ਕਰਕੇ ਇਹੋ ਜਿਹੀ ਸੂਰਮਿਆਂ ਵਾਲੀ ਜਿਹੜੀ ਪਦਵੀ ਪ੍ਰਾਪਤ ਕਰ ਲੈਂਦੇ ਹਨ। ਅਵਨਾਸ਼ੀ ਖੇਮ ਚਾਹੇ ਜੈ ਨਾਨਕ ਸਦਾ ਸਿਮਰ ਨਾਰਾਇਣ। ਗੁਰੂ ਬਾਬਾ ਜੀ ਨੇ ਇਹਨਾਂ ਨੂੰ ਸ਼ਾਂਤੀ ਚੈਨ ਦੇਣ ਦੇ ਲਈ ਚਾਰ ਕੁ ਜਿਹੜੇ ਸ਼ਬਦ ਸੰਸਕ੍ਰਿਤੀ ਦੇ ਵਿੱਚ ਉਚਾਰਨ ਕੀਤੇ ਸੀ। ਸਮਾਂ ਪਾ ਕੇ ਜਦੋਂ ਫਿਰ ਇਹਨਾਂ ਦੇ ਅੱਗੇ ਪੋਤੇ ਪੈਦਾ ਹੋ ਗਏ ਪਰਿਵਾਰ 'ਚ, ਹਰੀ ਲਾਲ ਕ੍ਰਿਸ਼ਨ ਲਾਲ, ਉਹਨਾਂ ਦੀ ਵੀ ਉਹ ਜੀ ਹਾਲਤ ਬਣ ਗਈ। ਵਿਦਿਆ ਪੜ੍ਹ ਕੇ ਬਣ ਗਏ ਬਹੁਤ ਵੱਡੇ ਦਿਗਵਿਜੈ ਵਿਦਵਾਨ। ਪਰ ਜਦੋਂ ਉਹਨਾਂ ਨੇ ਤੰਗ ਹੋ ਕੇ ਆਪਣੇ ਵੱਡੇ ਵਡੇਰਿਆਂ ਦਾ ਜਿਹੜਾ ਪੁਸਤਕਾਲਾ ਫਰੋਲਿਆ, ਉਹਦੇ ਵਿੱਚੋਂ ਗੁਰੂ ਬਾਬਾ ਜੀ ਦੇ ਚਾਰ ਸ਼ਬਦ ਜਦੋਂ ਮਿਲੇ, ਉਹਨਾਂ ਨੂੰ ਬੜੇ ਪਿਆਰ ਦੇ ਨਾਲ ਪੜ੍ਹਿਆ। ਪੜ੍ਹਨ ਦੇ ਨਾਲ ਹੀ ਹਿਰਦੇ ਦੇ ਵਿੱਚ ਇੱਕ ਤਰ੍ਹਾਂ ਦੀ ਸ਼ਾਂਤੀ, ਚੈਨ, ਠੰਡ ਜੀ ਪੈਦਾ ਹੋ ਗਈ। ਜਦੋਂ ਕੀਤਾ ਪਤਾ ਵੀ ਇਹ ਕਲਾਮ, ਇਹ ਬਾਣੀ ਕਿਹਦੀ ਉਚਾਰਨ ਕੀਤੀ ਹੋਈ ਹੈ, ਕਹਿਣ ਲੱਗੇ ਵੀ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਆਏ ਸੀ ਆਪਣੇ ਕਾਂਸ਼ੀ ਸ਼ਹਿਰ ਦੇ ਵਿੱਚ। ਐਸ ਵਕਤ ਨੇ ਜਗ ਔਰ ਨ ਜਾਹੇ ਮਹਾਤਮ ਮੈਂ ਅਵਤਾਰ ਉਜਾਗਰ ਆਨ ਕੀਓ, ਤਿਨ ਕੇ ਦੁਖ ਕੋਟਕ ਦੂਰ ਕੀਏ ਮਥਰਾ ਜਨ ਅੰਮ੍ਰਿਤ ਨਾਮ ਪੀਓ। ਇਹ ਪद्धत ਤੇ ਮਤ ਚੂਕੈ ਰੇ ਮਨ ਭੇਦ ਬਫੇਦ ਨ ਜਾਣ ਬੀਓ, ਪਰ ਤਛ ਹਿਰਦੈ ਗੁਰ ਅਰਜਨ ਕੈ ਹਰ ਪੂਰਨ ਬ੍ਰਹਮ ਨਿਵਾਸ ਲਿਓ। ਐਸ ਬਾਤ ਨੇ ਗੁਰਤਾ ਗਦੀ ਦੇ ਮਾਲਕ ਧੰਨ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਉਹ ਸ਼ਬਦ ਲੈ ਕਰਕੇ ਜਦੋਂ ਹਾਜ਼ਰ ਹੋਏ, ਜਿਹੜਾ ਵੀ ਸਤਿਗੁਰੂ ਜੀ ਨੇ ਹੋਰ ਸੰਸਕ੍ਰਿਤੀ ਦੇ ਸ਼ਲੋਕ ਉਚਾਰਨ ਕੀਤੇ, ਜੋ ਵੀ ਉਹਨਾਂ ਨੇ ਪ੍ਰਸ਼ਨ ਕੀਤਾ, ਨਾਲ ਦੀ ਨਾਲ ਮਹਾਰਾਜ ਨੇ ਫਿਰ ਸ਼ਲੋਕਾਂ ਦੁਆਰਾ ਉਹਨਾਂ ਦਾ ਉੱਤਰ ਦਿੱਤਾ ਸੀ। ਉਸ ਸਮੇਂ ਇਹਨਾਂ ਪੰਡਤਾਂ ਦੇ ਮਨ ਦੇ ਵਿੱਚ ਸ਼ਾਂਤੀ ਪੈਦਾ ਹੋ ਗਈ। ਫਿਰ ਪੁੱਛਿਆ, ਮਹਾਰਾਜ ਪਰਮਾਤਮਾ ਦੇ ਨਾਮ ਤਾਂ ਬੇਅੰਤ ਨੇ, ਪਰ ਕਿਹੜਾ ਨਾਮ ਪ੍ਰਾਣੀ ਨੂੰ ਸੰਸਾਰ ਸਾਗਰ ਦੇ ਲਈ ਤਾਰਨ ਦੇ ਬੜਾ ਸਮਰੱਥ ਹੈ ਨਾ। ਸਤਿਗੁਰੂ ਜੀ ਕਹਿਣ ਲੱਗੇ, ਤੁਹਾਨੂੰ ਪਤਾ ਨਹੀਂ ਵੀ ਦਰਿਆ ਦੇ ਕਿਨਾਰੇ 'ਤੇ ਕਿਤਨੀਆਂ ਬੇੜੀਆਂ ਖੜੀਆਂ ਹੁੰਦੀਆਂ ਹਨ। ਮੁਸਾਫਰ ਜਿਹੜੀ ਬੇੜੀ ਵਿੱਚ ਬਹਿ ਗਿਆ, ਉਹਨੇ ਨੂੰ ਪਾਰਲੇ ਕਿਨਾਰੇ 'ਤੇ ਪਹੁੰਚਾ ਦੇਣਾ। ਸਿਰ ਨਾਨਕ ਲੋਕਾ ਭਾਵ ਹੈ, ਬਲਿਹਾਰੀ ਜਾਓ ਜ਼ੈਤੇ ਤੇਰੇ ਨਾਵ ਹੈ। ਵੀ ਪਰਮਾਤਮਾ ਦੇ ਨਾਮ ਤੋਂ ਤਾਂ ਅਸੀਂ ਵੀ ਬਲਿਹਾਰ ਕੁਰਬਾਨ ਜਾਣੇ ਆ। ਜਿਨ੍ਹਾਂ ਨੇ ਗੁਰੂ ਬਾਬਾ ਜੀ ਦੇ ਬਚਨਾਂ ਦੀ ਕੀਤੀ ਕਮਾਈ, ਉਹਨਾਂ ਨੇ ਫਿਰ ਇਹੋ ਜਿਹਾ ਜਿਹੜਾ ਸਾਰਿਆਂ ਨਾਲੋਂ ਵੱਡਾ ਪਦਾਰਥ ਸ਼ਾਂਤੀ ਚੈਨ ਵੀ ਪ੍ਰਾਪਤ ਕਰ ਲਈ ਹੈ। ਇੱਥੇ ਆਦਿਕ ਪ੍ਰਸੰਗ ਪਿੱਛੇ ਆਇਆ। ਅੱਗੇ ਜਿਸ ਪ੍ਰਕਾਰ ਸਤਿਗੁਰਾਂ ਦੀ ਪਵਿੱਤਰ ਪਾਵਨ ਕਥਾ ਦੇ ਤਾਈਂ ਗ੍ਰੰਥ ਕਰਤਾ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਚਾਰਨ ਕਰਦੇ ਨੇ, ਆਪਣੇ ਮਨਾਂ ਨੂੰ ਕਾਗਰ ਕਰਦੇ ਹੋਏ ਆਲਸ ਤੋਂ
ਸਾਵਧਾਨ ਹੋ ਕਰਕੇ ਆਖੋ ਸਤਨਾਮ ਸ੍ਰੀ ਸ੍ਰੀ ਵਾਹਿਗੁਰੂ ਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ। ਗੁਰ ਉਪਦੇਸ਼ ਹਿਰਦੈ ਜਿਨ ਧਾਰਾ, ਗੁਰ ਉਪਦੇਸ਼ ਹਿਰਦੇ ਜਿਨ ਧਾਰਾ। ਜਿਨ੍ਹਾਂ ਬ੍ਰਾਹਮਣਾ ਪੰਡਤਾਂ ਨੇ ਗੁਰੂ ਬਾਬਾ ਜੀ ਦੇ ਉਪਦੇਸ਼ ਨੂੰ ਆਪਣੇ ਹਿਰਦੇ ਵਿੱਚ ਧਾਰਨ ਕਰ ਲਿਆ ਹੈ, ਸੋ ਭਵ ਸਾਗਰ ਉਤਰਾ ਪਾਰਾ। ਉਹ ਫਿਰ ਸੁਤੇ ਸਿੱਧੀ ਇਸ ਸੰਸਾਰ ਸਾਗਰ ਤੋਂ ਪਾਰ ਹੋ ਗਏ। ਮੈਂ ਜਿਵੇਂ ਗਊ ਦੀ ਪੈਣ ਨੂੰ ਲੰਘਣਾ ਕੋਈ ਔਖਾ ਤਾਂ ਹੁੰਦਾ ਨਹੀਂ ਨਾ, ਉਹਨਾਂ ਨੇ ਸੁਤੇ ਸਿੱਧੇ ਇਸ ਸੰਸਾਰ ਸਾਗਰ ਨੂੰ ਪਾਰ ਕਰ ਲਿਆ ਹੈ। ਇਸ ਪ੍ਰਕਾਰ ਸੁਣ ਕੇ ਸ਼ੁਭ ਬਚਨਾ, ਜਿਨ੍ਹਾਂ ਨੇ ਗੁਰੂ ਬਾਬਾ ਜੀ ਦੇ ਬੜੇ ਮਿੱਠੇ ਕੋਮਲ ਵਚਨ ਕੰਨਾਂ ਦੇ ਨਾਲ ਸੁਣ ਲਏ ਹਨ। ਪੰਡਿਤ ਬਿਨੈ ਭਨੈ ਸੁਠ ਰਚਨਾ, ਵਚਨ ਸੁਣ ਕੇ ਸਾਰੀ ਵਿਦਵਾਨ ਬ੍ਰਾਹਮਣ ਮਹਾਰਾਜ ਦੇ ਅੱਗੇ ਬੇਨਤੀਆਂ ਕਰਨ ਲੱਗ ਪਏ। ਦੀਨ ਜਾਨ ਗਤ ਕੀਜੈ ਹਮਾਰੀ, ਕਹਿ ਲੱਗੇ ਐ ਸਰਬੱਗ ਅੰਤਰਜਾਮੀ, ਤੁਹਾਡੇ ਤੋਂ ਬਿਨਾਂ ਸਾਡੇ ਵਰਗਿਆਂ ਦਾ ਕਲਯੁਗ ਦੇ ਭਿਆਨਕ ਸਮੇਂ ਦੇ ਵਿੱਚ ਕਿਹੜਾ ਉਧਾਰ ਕਰੇਗਾ। ਚਰਨ ਸ਼ਰਨ ਗਹਿ ਲੀਨੀ ਤੁਮਰੀ, ਅਸੀਂ ਤਾਂ ਬਸ ਹੁਣ ਸਦਾ ਦੇ ਲਈ ਤੁਹਾਡੇ ਚਰਨਾਂ ਦੀ ਜਿਹੜੀ ਸ਼ਰਨ ਗ੍ਰਹਿਣ ਕਰ ਲਈ ਹੈ। ਰਾਵਰ ਸਰਸ ਅਪਰ ਨਹਿ ਕੋਈ, ਸਾਨੂੰ ਤਾਂ ਆਪ ਦੇ ਸਮਾਨ ਤਿੰਨੇ ਲੋਕਾਂ 14 ਭਵਨਾਂ ਦੇ ਵਿੱਚ ਕੋਈ ਨਜ਼ਰ ਨਹੀਂ ਆਉਂਦਾ। ਸਫਲ ਦਰਸ਼ ਨਿਜ ਕਰ ਦੁਖ ਖੋਈ, ਆਪ ਦਾ ਦਰਸ਼ਨ ਕਰਨ ਦੇ ਨਾਲ ਹੀ ਹੋਵੇ ਕਿਸੇ ਪੁਤਕ ਸਾਮਦੀ, ਨੂਰ ਅਰਸੋਂ ਕਰਸੋਂ ਛੱਟੀ ਹੈ ਤੁਧ ਡਟੇ ਸੱਚੇ ਪਾਤਸ਼ਾਹ। ਮਲ ਜਨਮ ਦੀ ਕੱਟੀ ਹੈ। ਸਾਡੇ ਤਾਂ ਸਾਰੇ ਤਨ ਦੇ ਵੀ ਤੇ ਮਨ ਦੇ ਦੁੱਖ ਦੂਰ ਹੋ ਗਏ ਨੇ ਜਦੋਂ ਆਪ ਜੀ ਦਾ ਦੀਦਾਰ ਕੀਤਾ। ਸੁਨੀ ਬਿਨੈ ਜਬ ਕਰੁਣਾ ਐਨਾ, ਕਰਨਾ ਦੇ ਘਰ ਗੁਰੂ ਬਾਬਾ ਜੀ ਨੇ ਜਦੋਂ ਇਹਨਾਂ ਪੰਡਤਾਂ ਵਿਦਵਾਨਾਂ ਦੀਆਂ ਬੇਨਤੀਆਂ ਆਪ ਸੁਣੀਆਂ ਹਨ। ਕੇਵਲ ਦਾ ਉਚਰੀ ਸ਼ੁਭ ਬੈਨਾ, ਸਤਿਗੁਰੂ ਜੀ ਤਾਂ ਹਮੇਸ਼ਾ ਵਾਸਤੇ ਕੇਵਲ ਮੋਕਸ਼ ਦੇ ਹੀ ਦਾਤੇ ਹਨ। ਸਤਨਾਮ ਕੋ ਕੀਜੈ ਜਾਪੋ, ਸਤਿਗੁਰੂ ਜੀ ਕਹਿ ਲਗੇ ਵੀ ਜਦੋਂ ਭਗਵਾਨ ਦਾ ਜਪੋਗੇ ਨਾਮ ਤੁਹਾਡੇ ਉੱਪਰ ਆਪਣੇ ਆਪ ਹੀ ਕਿਰਪਾ ਹੋ ਜਾਣੀ ਹੈ। ਤੁਮਰੇ ਨਸ ਹੈ ਤੀਨੋਂ ਤਾਪੋ, ਤੁਹਾਡੇ ਤਾਂ ਤਿੰਨੇ ਤਾਪ ਬੰਦਗੀ ਕਰਦਿਆਂ ਨਾ ਸੋਹਣੇ ਨੇ ਨਾ। ਰਜੋ ਹੈ, ਤਮੋ ਹੈ, ਸਤੋ ਹੈ, ਆਦ ਹੈ, ਵਿਆਦ ਉਪਾਦ ਹੈ। ਤਿੰਨ ਤਾਪ ਨਿਵਾਰਨ ਹਾਰਾ, ਦੁਖੰਤਾ ਸੁਖ ਰਾਸ, ਤਾਕੋ ਵਿਘਨ ਕੋ ਲਾਗੈ ਜਾਗੀ, ਪ੍ਰਭ ਆਗੈ ਅਰਦਾਸ। ਆਦ ਵੀ ਵਿਆਦ ਵੀ ਉਪਾਦ ਵੀ ਤਿੰਨੇ ਤਾਪ ਤੁਹਾਡੇ ਨਾਸ ਹੋ ਜਾਣੇ ਹਨ। ਨਾਉ ਤਰੀਕ ਭਈ ਸਿੱਖ ਸੋਈ, ਇਹ ਵੀ ਹੁਣ ਨਾਮ ਨੂੰ ਧਾਰਨ ਕਰਨ ਵਾਲੇ ਸੇਵਕ ਦਾਸ ਬਣ ਗਏ ਗੁਰੂ ਬਾਬਾ ਜੀ ਦੇ ਚਰਨਾਂ ਦੇ। ਗੁਰ ਗੁਰ ਜਾਪ ਜਪਹਿ ਭ੍ਰਮ ਖੋਈ, ਭ੍ਰਮ ਨੂੰ ਕਰਕੇ ਦੂਰ ਇਹਨਾਂ ਨੇ ਵੀ ਗੁਰੂ ਰਸਨਾ ਤੋਂ ਜਪਣਾ ਸ਼ੁਰੂ ਕਰ ਦਿੱਤਾ। ਕੇਤਕ ਦਿਵਸ ਗੁਰ ਡੇਰਾ ਕਰਕੇ, ਕਾਫੀ ਰੋਜ਼ ਗੁਰੂ ਬਾਬਾ ਜੀ ਨੇ ਕਾਸ਼ੀ ਸ਼ਹਿਰ ਦੇ ਵਿੱਚ ਆਪਣਾ ਡੇਰਾ ਲਗਾ ਕੇ ਰੱਖਿਆ। ਪੁੰਨ ਗਮਨੇ ਉਪਕਾਰ ਵਿਚਰ ਕੇ, ਗੁਰੂ ਬਾਬਾ ਜੀ ਮਹਾਨ ਪਰਉਪਕਾਰ ਨੂੰ ਵਿਚਾਰ ਕਰਦੇ ਹੋਇਆ ਫਿਰ ਅੱਗੇ ਆਪਣੇ ਡੇਰੇ ਕੂਚ ਕਰ ਲੈ। ਭੁਜੰਗ ਛੰਦ ਨਮੋ ਚੰਡਕਾ ਕਾਲਕਾ ਬਾਕ ਬਾਨੀ। ਅਗਲਾ ਅਧਿਆਇ ਆਰੰਭ ਕਰਦੇ ਹੋਇਆ ਕਵੀ ਜੀ ਨੇ ਜੋ ਪਰਮਾਤਮਾ ਦੀ ਸ਼ਕਤੀ ਜਿਹਨੂੰ ਕਈਆਂ ਨਾਮਾਂ ਦੇ ਨਾਲ ਕਵੀ ਜਨ ਸਦਾ ਵਾਸਤੇ ਯਾਦ ਕਰਦੇ ਹਨ। ਗੌਰਜਾ ਵੀ ਹੈ, ਚੰਡਕਾ ਵੀ ਹੈ, ਸਾਰਦਾ ਵੀ ਹੈ ਔਰ ਇਹਨੂੰ ਬਾਕਇੰਦਰਾ ਦੀ ਦੇਵਤਾ ਵੀ ਕਹਿ ਦਿੰਦੇ ਹਨ। ਨਮੋ ਚੰਡਕਾ ਕਾਲਕਾ ਬਾਗਵਾਨੀ, ਜੋ ਬਾਕਇੰਦਰਾ ਦੀ ਦੇਵਤਾ ਬੜੇ ਤੇਜ ਪ੍ਰਤਾਪੀ ਕਾਲਕਾ, ਜਿਸ ਦਾ ਨਾਮ ਦੁਨੀਆ ਦੇ ਵਿੱਚ
ਮਸ਼ਹੂਰ ਹੋ ਚੁੱਕੇ ਹੈ। ਬਿਗਾਨਾ ਹਰੰਤੀ ਸਦਾ ਬੁੱਧ ਦਾਨੀ। ਕਵੀਆਂ ਨੂੰ ਤਾਂ ਬੁੱਧੀ ਦਾ ਦਾਨ ਦੇਣ ਵਾਲੀ ਤੇ ਉਹਨਾਂ ਦੇ ਜੋ ਵੀ ਵਿਘਨ ਨੇ ਉਹਨਾਂ ਨੂੰ ਵੀ ਇਹ ਕੱਟਣ ਵਾਲੀ ਹੈ। ਕਰੋ ਦਾਤ ਮਾਤਾ ਮੁਝੈ ਦਾਸ ਜਾਨੋ। ਕਵੀ ਜੀ ਵੀ ਇਹ ਤੋਂ ਕੰਮ ਲੈਣ ਦੇ ਲਈ ਬੇਨਤੀ ਕਰਦੇ ਹਨ, ਐ ਬਾਗ ਇੰਦਰਾ ਦੀ ਦੇਵਤਾ ਮਾਤਾ, ਮੈਨੂੰ ਵੀ ਆਪਣਾ ਸੇਵਕ ਦਾ ਜਾਣਦਿਆਂ ਹੋਇਆਂ ਆ ਛੰਦਾਬੰਦੀ ਦੇ ਵਿੱਚ ਗੁਰੂ ਬਾਬਾ ਜੀ ਦਾ ਪਾਵਨ ਇਤਿਹਾਸ ਰਚਨ ਦੀ ਇਹ ਦਾਤ ਬਖਸ਼ਣੀ ਹੈ। ਸੋ ਛੰਦੰ ਗੁਰੂ ਕੀ ਕਥਾ ਹੋਂ ਬਖਾਨੋ। ਮੈਂ ਬਿਲਕੁਲ ਵਿਘਨਾਂ ਤੋਂ ਰਹਿਤ ਹੋ ਕੇ ਮੈਂ ਸਤਿਗੁਰੂ ਜੀ ਦੀ ਜਿਹੜੀ ਪਾਵਨ ਕਥਾ ਉਚਾਰਨ ਕਰਨੀ ਚਾਹੁੰਦਾ। ਸ਼੍ਰੀ ਬਾਲਾ ਸੰਦੁਰ ਵਾਚ। ਭਾਈ ਬਾਲਾ ਜੀ ਇਹ ਸਾਰਾ ਪਾਵਨ ਇਤਿਹਾਸ ਖੰਡੂਰ ਸਾਹਿਬ ਦੀ ਪਾਵਨ ਧਰਤੀ ਤੇ ਸਰੋਤਿਆਂ ਨੂੰ ਸੁਣਾਉਂਦਿਆਂ ਹੋਇਆਂ ਸਤਿਗੁਰੂ ਜੀ ਦੇ ਅੱਗੇ ਬੇਨਤੀ ਕਰਦੇ ਨੇ ਆਪਣੇ ਵੱਲੋਂ। ਚੌਪਾਈ ਸੁਣ ਸ਼੍ਰੀ ਅੰਗਦ ਕਥਾ ਰਸਾਲਾ। ਇਹ ਧੰਨ ਸਤਿਗੁਰੂ ਅਰਜਨ ਦੇਵ ਅੰਗਦ ਹੈ ਜੀ ਮਹਾਰਾਜ ਸੱਚੇ ਪਾਤਸ਼ਾਹ ਕੇ ਗੁਰੂ ਬਾਬਾ ਜੀ ਦਾ ਪਾਵਨ ਇਤਿਹਾਸ ਰਸਾਲਾ ਜੋ ਸਾਰੇ ਰਸਾਂ ਦੇ ਨਾਲ ਭਰਿਆ ਹੋਇਆ ਨਾ, ਆਪ ਸੁਣਨਾ ਕਰੋ। ਆਗੇ ਗਮਨੇ ਬਹੁਰ ਕਿਰਪਾਲਾ। ਦਿਆਲੂ ਕਿਰਪਾਲੂ ਗੁਰੂ ਬਾਬਾ ਜੀ ਨੇ ਇੱਥੋਂ ਆਪਣਾ ਡੇਰਾ ਅੱਗੇ ਨੂੰ ਕੂਚ ਕਰ ਦਿੱਤਾ ਹੈ। ਜਗਨਨਾਥ ਕੋ ਜਹ ਅਸਥਾਨਾ। ਆ ਜਗਨਨਾਥ ਨਾਮ ਦੀ ਜਿਹੜੀ ਪੂਰੀ ਇਹ ਵੀ ਸਨਾਤਨ ਮਤ ਦੇ ਵਿੱਚ ਬੜੀ ਪ੍ਰਸਿੱਧ ਹੈ। ਬੜੇ ਜਿਹੜੇ ਹੋ ਜਾਏ ਸਨਾਤਨ ਮਤ ਦੇ ਉੱਪਰ ਸ਼ਰਧਾ ਭਾਵਨਾ ਧਾਰਨ ਕਰਨ ਵਾਲੇ ਵੀਰ, ਜਿਹੜਾ ਹੈ ਜਗਨਨਾਥ ਦਾ ਮੰਦਿਰ ਬਣਿਆ ਹੋਇਆ ਸਮੁੰਦਰ ਦੇ ਕਿਨਾਰੇ ਤੇ, ਹੁਣ ਵੀ ਉਸ ਦੇ ਦਰਸ਼ਨ ਕਰਨ ਵਾਸਤੇ ਜਾਂਦੇ ਹਨ। ਤਾਹਾਂ ਜਾਈ ਪਹੁੰਚੇ ਗਤ ਦਾਨਾ। ਮੁਕਤੀ ਦੀ ਦੇਣ ਵਾਲੇ ਗੁਰੂ ਬਾਬਾ ਜੀ ਚੱਲ ਕੇ ਜਿਹੜਾ ਸੀ ਜਗਨਨਾਥ ਦਾ ਬਹੁਤ ਵੱਡਾ ਮੰਦਿਰ ਬਣਿਆ ਹੋਇਆ, ਉਹਦੇ ਨੇੜੇ ਜਾ ਕੇ ਬਹਿ ਗਏ ਹਨ। ਹਰ ਮੰਦਿਰ ਕੀ ਦਰ ਪਰ ਜਾਈ। ਸਤਿਗੁਰੂ ਜੀ ਨੇ ਜਿਹੜਾ ਸੀ ਬਹੁਤ ਵੱਡਾ ਉੱਚਾ ਮੰਦਿਰ, ਜਿਹੜਾ ਦਰਵਾਜ਼ਾ ਬਣਿਆ ਹੋਇਆ, ਉਹਦੇ ਨੇੜੇ ਜਾ ਕੇ ਆਪਣਾ ਚੌਂਕੜਾ ਲਗਾ ਲਿਆ। ਬੈਠੇ ਕਿਤਕ ਕਾਲ ਤਿਹ ਥਾਈ। ਜਦੋਂ ਉੱਥੇ ਹੀ ਬੈਠਿਆ ਹੋਇਆ ਸਤਿਗੁਰੂ ਜੀ ਨੇ ਕਾਫੀ ਆਪਣਾ ਟਾਈਮ ਬਤੀਤ ਕਰ ਦਿੱਤਾ। ਸੰਧਿਆ ਕਾਲ ਪਹੁੰਚਿਓ ਜਬ ਹੀ। ਹੁਣ ਜਦੋਂ ਥੋੜਾ ਜਿਹਾ ਹੋ ਗਿਆ ਸੂਰ ਦਾ ਛਿਪਾ, ਇਹਨਾਂ ਦਾ ਸੰਧਿਆ ਕਰਨ ਦਾ ਵਕਤ ਹੋ ਚੁੱਕਿਆ ਸੀ। ਸਭ ਪੰਡੇ ਮਿਲ ਆਏ ਤਬ ਹੀ। ਹੁਣ ਜਗਨਨਾਥ ਦੇ ਮੰਦਿਰ ਦੇ ਵਿੱਚ ਬਹੁਤ ਸਾਰੇ ਪੰਡੇ ਜੋ ਦੀ ਸੇਵਾ ਕਰਨ ਵਾਲੇ ਆਰਤੀ ਦੇ ਟਾਈਮ ਤੇ ਪਹੁੰਚ ਗਏ ਹਨ। ਕਰਨੇ ਲੱਗੀ ਆਰਤੀ ਤਹਿਵਾ। ਹੁਣ ਬਹੁਤ ਸਾਰੇ ਸ਼ਰਧਾਲੂਆਂ ਪਾਂਡਿਆਂ ਨੇ ਮਿਲ ਕੇ ਜਦੋਂ ਆਪਣੇ ਇਸ਼ਟ ਦੇਵ ਦੀ ਜਿਹੜੀ ਆਰਤੀ ਕਰਨੀ ਸ਼ੁਰੂ ਕਰ ਦਿੱਤੀ ਹੈ। ਜਗਨਨਾਥ ਕੋ ਮੰਦਰ ਜਹਵਾ। ਜਿੱਥੇ ਜਗਨਨਾਥ ਦਾ ਬਹੁਤ ਵੱਡਾ ਸੁੰਦਰ ਮੰਦਰ ਬਣਿਆ ਹੋਇਆ ਹੈ। ਸ਼੍ਰੀ ਗੁਰ ਬੈਠੀ ਰਹੇ ਅਡੋਲਾ। ਗੁਰੂ ਬਾਬਾ ਜੀ ਉਸੇ ਤਰ੍ਹਾਂ ਦਰਵਾਜ਼ੇ ਦੇ ਨੇੜੇ ਆਪਣੇ ਚੌਂਕੜਾ ਮਾਰ ਕੇ ਬੈਠੇ ਹਨ। ਕੋਈ ਵੀ ਆਰਤੀ ਦੇ ਵਿੱਚ ਮਹਾਰਾਜ ਨੇ ਆਪਣੇ ਹਾਜ਼ਰੀ ਨਹੀਂ ਭਰੀ ਹੈ। ਠਾਂਡੇ ਭਈ ਨਾ ਕੁਛ ਮੁਖ ਬੋਲਾ। ਹੁਣ ਹੋਰ ਜਿਹੜੇ ਸ਼ਰਧਾਲੂ ਪਾਂਡੇ ਕਹਿ ਲੋ, ਉਹ ਤਾਂ ਹੁਣ ਖੜਿਆ ਹੋ ਕੇ ਆਪਣੇ ਇਸ਼ਟ ਦੇਵ ਦੀ ਆਰਤੀ ਕਰਨ ਲੱਗ ਪਏ ਨਾ। ਗੁਰੂ ਬਾਬਾ ਜੀ ਨਹੀਂ ਉੱਠੇ, ਉਸੇ ਤਰ੍ਹਾਂ ਹੀ ਚੌਂਕੜਾ ਮਾਰਿਆ ਹੋਇਆ। ਤੇ ਛਿਨ ਪੰਡੇ ਰਿਸ ਹੋਰ ਤਾਰੀ। ਇਹ ਦੇਦਿਆਂ ਹੋਇਆਂ ਬ੍ਰਾਹਮਣਾ ਪਾਂਡਿਆਂ ਦੇ ਮਨ ਦੇ ਵਿੱਚ ਬੜਾ ਗੁੱਸਾ, ਬੜਾ ਕ੍ਰੋਧ ਪੈਦਾ ਹੋ ਗਿਆ ਹੈ। ਆਨ ਸਮੀਪੰ ਗਿਰਾ ਉਚਾਰੀ। ਹੁਣ ਗੁਰੂ ਬਾਬਾ ਜੀ ਇਹੋ ਜਿਹਾ ਕੌਤਕ ਹਮੇਸ਼ਾ ਵਾਸਤੇ ਵਰਤਾਉਂਦੇ ਹੀ ਰਹਿੰਦੇ ਸਨ। ਜਿੱਥੇ ਵੀ ਜਾਣਾ ਫਿਰਿਆ ਮੱਕਾ ਕਲਾਦਕਾਰੀ ਕਾਜੀ ਮਲਾਲੀਆਂ ਦਾ ਧਿਆਨ ਖਿੱਚਣ ਦੇ ਲਈ ਮਹਾਰਾਜ ਨੇ
ਇਹ ਮਨ ਦੇ ਵਿੱਚੋਂ ਭਰਮ ਦੂਰ ਕਰਨ ਦੇ ਲਈ ਖੁਦਾ ਤਾਂ ਜ਼ਰੇ ਜ਼ਰੇ ਦੇ ਵਿੱਚ ਵਿਆਪਕ ਹੈ। ਤੁਸੀਂ ਆਪਣੇ ਅੱਲਾਹ ਤਾਲਾ ਨੂੰ ਇੱਥੇ ਮੱਕੇ ਦੇ ਵਿੱਚ ਹੀ ਕੈਦ ਕਰੀ ਬੈਠੇ, ਵੀ ਹੋਰ ਥਾਂ ਤੇ ਹੈ ਹੀ ਨਹੀਂ। ਇਹੋ ਜਿਹੇ ਭਰਮ ਭੁਲੇਖੇ ਦੂਰ ਕਰਨ ਦੇ ਲਈ ਸਤਿਗੁਰੂ ਜੀ ਕੋਈ ਨਾ ਕੋਈ ਐਸੀ ਲੀਲਾ ਫਿਰ ਉੱਥੇ ਵਰਤਾਇਆ ਕਰਦੇ ਸੀ। ਜਦੋਂ ਪਾਂਡਿਆਂ ਨੇ ਵੀ ਥਾਲ ਦੇ ਵਿੱਚ ਬਾਲ ਕਰਕੇ ਆਪਣੇ ਘਿਓ ਦੇ ਦੀਵੇ ਇਹ ਠਾਕਰ ਦੀ ਜਿਹੜੀ ਆਰਤੀ ਕਰਨੀ ਸ਼ੁਰੂ ਕਰ ਦਿੱਤੀ ਹੈ। ਖੋਹੈ ਤੂੰ ਕਿਹ ਥਲ ਤੇ ਆਇਓ। ਪੁੱਛਣ ਲੱਗਿਆ, ਫਕੀਰ ਸਾਈਂ ਤੂੰ ਕਿੱਥੋਂ ਆਇਆ? ਤੁਸੀਂ ਆ ਠਾਕਰ ਦੀ ਆਰਤੀ ਕਰਨ ਦੇ ਮੌਕੇ ਖੜੇ ਕਿਉਂ ਨਹੀਂ ਹੋਏ? ਉਸੇ ਤਰ੍ਹਾਂ ਚੌਂਕੜਾ ਮਾਰ ਕੇ ਆ ਦਰਵਾਜ਼ੇ ਦੇ ਨੇੜੇ ਬੈਠੇ ਰਹੇ ਹੋ। ਹੈ ਅਨਜਾਨ ਭੇਦ ਨਹਿ ਪਾਇਓ। ਜਾਂ ਫਿਰ ਤੁਸੀਂ ਹੈਗੇ ਬੜੇ ਅਣਜਾਣ, ਇਹ ਠਾਕਰ ਦੀ ਮਹਿਮਾ ਵਡਿਆਈ ਦੇ ਬਾਰੇ ਤੁਹਾਨੂੰ ਕੋਈ ਪਤਾ ਨਹੀਂ ਲੱਗਿਆ। ਸਭਨ ਆਰਤੀ ਖਰੇ ਉਤਾਰੀ। ਦੇਖੋ ਕਿਤਨੇ ਸ਼ਰਧਾਲੂ ਮੁਸਾਫਰ ਪਹੁੰਚੇ ਹੋਏ ਨੇ ਨਾ ਦੂਰੋਂ ਦੂਰੋਂ, ਸਾਰਿਆਂ ਨੇ ਖੜਿਆ ਹੋ ਕੇ ਠਾਕਰ ਜੀ ਦੀ ਜਿਹੜੀ ਆਰਤੀ ਕੀਤੀ ਹੈ। ਤੂੰ ਬੈਠਿਓ ਰਹਿਓ ਇਹ ਬਾਰੀ। ਅਸੀਂ ਦੇ ਰਹੇ ਹਾਂ, ਤੁਸੀਂ ਰੰਚਕ ਮਾਤਰ ਹਿਲਣਾ ਨਹੀਂ ਕੀਤਾ ਹੈ। ਜਗਨਨਾਥ ਕੋ ਭਾਉ ਨ ਕੀਨੋ। ਦੇਖੋ ਤੁਸੀਂ ਭਗਵਾਨ ਦਾ ਮੰਦਰ, ਉਹਦਾ ਵੀ ਰੰਚਕ ਮਾਤਰ ਕੋਈ ਆਪਣੇ ਵੱਲੋਂ ਮਾਣ ਸਤਿਕਾਰ ਨਹੀਂ ਮਨ ਦੇ ਵਿੱਚ ਧਾਰਨ ਕੀਤਾ ਹੋਇਆ। ਉਠਿਓ ਨਾ ਤਿਹ ਚਿਨ ਕਿਆ ਤੈ ਚੀਨੋ। ਵੀ ਕੀ ਤੈਂ ਐਸੀ ਵਿਚਾਰ ਧਾਰਾ ਮਨ ਦੇ ਵਿੱਚ ਧਾਰਨ ਕੀਤੀ ਹੋਈ ਹੈ ਨਾ, ਜਿਸ ਕਰਕੇ ਤੁਸੀਂ ਸਾਡੇ ਨਾਲ ਆਰਤੀ ਦੇ ਵਿੱਚ ਕਿਉਂ ਨਹੀਂ ਖੜੇ ਹੋਏ ਹੋ? ਸੁਣ ਕਰ ਜਗ ਗੁਰ ਬਚਨ ਬਖਾਨੀ। ਇਹ ਸੁਣ ਕਰਕੇ ਜਗਤ ਦੇ ਮਾਲਕ ਗੁਰੂ ਬਾਬਾ ਜੀ ਨੇ ਬਚਨ ਕੀਤਾ ਹੈ, ਸਦਾ ਆਰਤੀ ਹਮ ਪਹਿਚਾਨੇ। ਇਹ ਪੰਡਤ ਲੋਗੋ ਤੁਸੀਂ ਤਾਂ ਐਵੇਂ ਛੋਟਾ ਜਿਹਾ ਲੈ ਕਰਕੇ ਥਾਲ ਉਸ ਭਗਵਾਨ ਦੀ ਠਾਕਰ ਦੀ ਰੋਜ਼ ਦੀ ਰੋਜ਼ ਹੀ ਆਰਤੀ ਕਰਦੇ ਰਹਿੰਦੇ ਹੋ। ਭਗਤ ਧੰਨੇ ਜੇ ਜੀ ਦੇ ਬਾਰੇ ਬਚਨ ਸੁਣਦਿਆਂ ਵੀ ਆਮ ਲੋਕਾਂ ਦੀ ਆਰਤੀ ਭਗਤ ਧੰਨੇ ਦਾ ਹੈਗਾ ਆਰਤ ਗੋਪਾਲ ਤੇਰਾ ਆਰਤਾ ਜੋਜਨ ਤੁਮਰੀ ਭਗਤ ਕਰਨ ਤੇ ਤਿਨ ਕੇ ਕਾਜ ਸਵਾਰਤਾ। ਸਤਿਗੁਰੂ ਜੀ ਕਹਿਣ ਲੱਗੇ, ਇੱਕ ਛੋਟਾ ਜਿਹਾ ਲੈ ਕੇ ਥਾਲ ਰੋਜ਼ ਦੀ ਰੋਜ਼ ਇਤਨੇ ਵੱਡੇ ਠਾਕਰ ਦੀ ਤੁਸੀਂ ਜੋ ਆਰਤੀ ਕਰਦੇ ਹੋ। ਸਰਬ ਸਿਰੋਮਨ ਜਸ ਪ੍ਰਭ ਉੱਚੀ। ਅਸੀਂ ਤਾਂ ਇਹੋ ਜਿਹੀ ਆਰਤੀ ਮਨ ਦੇ ਵਿੱਚ ਧਾਰਨ ਕੀਤੀ ਆ ਵੀ ਜਿਹੋ ਜਿਹਾ ਭਗਵਾਨ, ਜਿਤਨਾ ਵੱਡਾ ਠਾਕਰ ਉਤਨੀ ਵੱਡੀ ਉਹਦੀ ਆਰਤੀ ਵੀ ਸਦਾ ਵਾਸਤੇ 12 ਮਹੀਨੇ 30 ਦਿਨ ਕੁਦਰਤੀ ਤੌਰ ਤੇ ਹੁੰਦੀ ਰਹਿੰਦੀ ਹੈ। ਕਰਹਿ ਆਰਤੀ ਤਸ ਮਨ ਸੂਚੀ। ਮਨ ਪਵਿੱਤਰ ਕਰਕੇ ਇਹੋ ਜੀ ਆਰਤੀ ਅਸੀਂ ਸਦਾ ਵਾਸਤੇ ਕਰਦੇ ਰਹਿੰਦੇ ਆ। ਅਲਪ ਆਰਤੀ ਕਿਆ ਤੁਮ ਕਰਹੁ। ਸਤਿਗੁਰੂ ਜੀ ਕਹਿਣ ਲੱਗਿਆ, ਛੋਟੀ ਜੀ ਆਰਤੀ ਦੇ ਨਾਲ ਦੱਸੋ ਤੁਹਾਡੇ ਉੱਪਰ ਠਾਕਰ ਦੀ ਕਿਵੇਂ ਖੁਸ਼ੀ ਹੋ ਸਕਦੀ ਹੈ। ਤੁਛ ਸੌਜ ਜਾਂ ਸਭ ਸ਼ੁਭ ਧਰਹੁ। ਉਹ ਥਾਲ ਦੇ ਵਿੱਚ ਦੋ ਥੋੜੇ ਜਿਹੇ ਦੀਵੇ ਜਗਾ ਲੈ ਤੇ ਮਾੜੀ ਜੀ ਆਪਣੀ ਸਮਗਰੀ ਵਗੈਰਾ ਟਿਕਾ ਲੈਂਦੇ ਹੋ। ਮਨ ਨਿਰਮਲ ਕਰ ਨਹੀਂ ਟਿਕਾਵੋ। ਆਰਤੀ ਕਰਨ ਦੇ ਬਾਵਜੂਦ ਵੀ ਤੁਸੀਂ ਆਪਣੇ ਮਨ ਨੂੰ ਨਿਰਮਲ ਕਰਦੇ ਹੋਇਆ ਕਦੇ ਇਹਦੇ ਵਿੱਚ ਜਿਹੜੀ ਇਕਾਗਰਤਾ ਟਿਕਾ ਨਹੀਂ ਧਾਰਨ ਕੀਤਾ ਹੋਇਆ। ਤਉ ਅਬ ਮਤ ਕਿਆ ਫਲ ਤੁਮ ਪਾਵੋ। ਮਨ ਤਾਂ ਤੁਹਾਡਾ ਟਿਕਦਾ ਨਹੀਂ ਆਰਤੀ ਮੌਕੇ, ਫਿਰ ਮਨਿਸ਼ਚਿਤ ਫਲ ਤੁਹਾਨੂੰ ਕਿਵੇਂ ਭਗਵਾਨ ਨੇ ਬਖਸ਼ ਦੇਣੇ ਹਨ। ਪੰਡੇ ਕਹਿ ਆਰਤੀ ਕੈਸੀ। ਉਹ ਸਮੇਂ ਪੰਡਿਆਂ ਦੇ ਬ੍ਰਾਹਮਣਾਂ ਦੇ ਉੱਪਰ ਗੁਰੂ ਬਾਬਾ ਜੀ ਦੇ ਬਚਨਾਂ ਦਾ ਬੜਾ ਗਹਿਰਾ ਅਸਰ ਹੋ ਗਿਆ। ਉਸੇ ਟਾਈਮ ਤੇ ਹੀ
ਪੁੱਛਣ ਲੱਗੇ, ਫਕੀਰ ਸਾਈਂ ਤੂੰ ਦੱਸ ਵੀ ਕਿਹੜੀ ਤੁਸੀਂ ਹੋ ਜੀ ਬਹੁਤ ਵੱਡੀ ਭਗਵਾਨ ਦੀ ਆਰਤੀ ਮਨ ਦੇ ਵਿੱਚ ਧਾਰਨ ਕੀਤੀ ਹੋਈ ਹੈ, ਨਿਤ ਪ੍ਰਤ ਕਰਤ ਰਹੋ ਕਹੋ ਤੈਸੀ। ਜਿਹੜੀ ਤੁਸੀਂ ਆਰਤੀ ਕਰਦੇ ਰਹਿੰਦੇ ਹੋ ਰੋਜ਼ ਦੀ ਰੋਜ਼, ਸਾਨੂੰ ਵੀ ਦੱਸ ਦਿਓ ਫਿਰ ਹੀ ਪਤਾ ਲੱਗਣਾ ਹੈ। ਤਿਨ ਤੇ ਸੁਣ ਕੇ ਕਿਰਪਾ ਨਿਦਾਨਾ। ਜਦੋਂ ਬ੍ਰਾਹਮਣਾ ਪਾਂਡਿਆਂ ਕੋਲੋਂ ਐਸੇ ਬਚਨ ਗੁਰੂ ਬਾਬਾ ਜੀ ਨੇ ਆਪ ਸੁਣ ਲਏ ਹਨ, ਸ਼ਬਦ ਆਰਤੀ ਰੀਤ ਬਖਾਨਾ। ਉਸ ਸਮੇਂ ਜੋ ਨਿਰਗੁਣ ਪਰਮਾਤਮਾ ਦੀ ਬਹੁਤ ਵੱਡੀ ਆਰਤੀ ਸਦਾ ਵਾਸਤੇ ਹੁੰਦੀ ਰਹਿੰਦੀ ਹੈ। ਤਨਾਸਰੀ ਮਹੱਲਾ ਪਹਿਲਾ ਆਰਤੀ। ਉਸ ਸਮੇਂ ਤਨਾਸਰੀ ਰਾਗ ਦੇ ਵਿੱਚ ਆਰਤੀ ਬਾਰੇ ਮਹਾਰਾਜ ਨੇ ਆਪਣੇ ਵੱਲੋਂ ਬਚਨ ਕੀਤੇ ਹਨ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਇੱਕ ਓੰਕਾਰ ਸਤਿਗੁਰ ਪ੍ਰਸਾਦ, ਜੋ ਸਦਾ ਵਾਸਤੇ ਸੱਚ ਦਾ ਆਨੰਦ ਤ੍ਰੈ ਕਾਲ ਆਵਾਦ ਸਰੂਪ, ਜੋ ਸਾਰੇ ਜੀਵਾਂ ਨੂੰ ਪੈਦਾ ਕਰਨ ਵਾਲਾ ਹੈ, ਸਦਾ ਵਾਸਤੇ ਇੱਕ ਹੀ ਹੈ। ਇੱਕ ਓੰਕਾਰ ਜੋਗੀਆਂ ਦੇ ਮਤ ਦੇ ਮੁਤਾਬਕ ਵੀ ਉੱਪਰ ਨੂੰ ਸਵਾਸ ਲਿਜਾਣ ਵਾਲਾ ਓੰਕਾਰ ਬ੍ਰਹਮਾ ਉਤਪਤ। ਓੰਕਾਰ ਕੀਆ ਜਨ ਚਿਤਾ, ਜਿਹੜੇ ਤਿੰਨ ਦੇਵਤੇ ਭਗਵਾਨ ਨੇ ਦੁਨੀਆ ਦੀ ਮਰਜ਼ਾਦਾ ਚਲਾਉਣ ਦੇ ਲਈ ਪੈਦਾ ਕੀਤੇ ਹੋਏ ਹਨ। ਓੰਕਾਰ ਤਿੰਨੇ ਦੇਵਤਿਆਂ ਨੂੰ ਜੋ ਪੈਦਾ ਕਰਨ ਵਾਲਾ ਨਿਰਗੁਣ ਵਾਹਿਗੁਰੂ, ਉਹਦੀ ਪ੍ਰਾਪਤੀ ਕਿਵੇਂ ਹੋਣੀ ਹੈ? ਸਤਿਗੁਰ ਪ੍ਰਸਾਦ, ਸਤਿਗੁਰੂ ਜੀ ਦੀ ਕਿਰਪਾ ਦੁਆਰਾ ਐਸੇ ਵਿਸ਼ੇਸ਼ਣਾ ਵਾਲੇ ਪਰਮਾਤਮਾ ਦੀ ਜਿਹੜੀ ਹੈ ਜਗਿਆਸੂਆਂ ਨੂੰ ਪ੍ਰਾਪਤੀ ਹੋਇਆ ਕਰਦੀ ਹੈ। ਗਗਨ ਮੈਂ ਥਾਲ ਰੱਬ ਚੰਦ ਦੀਪਕ ਬਨੇ। ਗਗਨ ਮੈਂ ਥਾਲ, ਸਤਿਗੁਰੂ ਜੀ ਕਹਿਣ ਲੱਗੇ ਵੀ ਤੁਸੀਂ ਆਪਣੇ ਹੱਥਾਂ 'ਚ ਨਾ ਜਿਵੇਂ ਆਕਾਸ਼ ਹੈ ਗੋਲਾਕਾਰ, ਜਿੱਧਰ ਨੂੰ ਵੀ ਕੋਈ ਨਿਗਾਹ ਮਾਰ ਕੇ ਦੇਖੇ ਇਹ ਜਿਹੜਾ ਸ਼ੋਨ ਆਕਾਸ਼ ਗੋਲਾਕਾਰ ਹੀ ਦਿਸੂਗਾ ਚਾਰੇ ਪਾਸਿਆਂ ਤੋਂ। ਗਗਨ ਮੈਂ ਥਾਲ, ਸਤਿਗੁਰੂ ਜੀ ਕਹਿਣ ਲੱਗੇ ਵੀ ਤੁਸੀਂ ਵੀ ਆ ਗੋਲਾਕਾਰ ਛੋਟਾ ਜਿਹਾ ਥਾਲ ਪਕੜਿਆ ਨਾ ਹੱਥਾਂ ਦੇ ਵਿੱਚ। ਇੱਧਰ ਕੀ ਹੈ? ਗਗਨ ਮੈਂ ਥਾਲ। ਆ ਜਿਹੜਾ ਆਕਾਸ਼ ਰੂਪੀ ਕਿਤਨਾ ਵੱਡਾ ਥਾਲ ਹੈ, ਗਗਨ ਮੈਂ ਥਾਲ ਰਾਵ ਚੰਦ ਦੀਪਕ ਬਨੇ। ਜਿਵੇਂ ਦੀਵੇ ਜਗਾਉਂਦੇ ਤੁਸੀਂ ਛੋਟੇ ਜਿਹੇ ਗੋਲਾਕਾਰ ਥਾਲ ਦੇ ਵਿੱਚ, ਇੱਧਰ ਜੋਤੀਆਂ ਜਗਦੀਆਂ ਨੇ ਥਾਲਾਂ ਦੇ ਵਿੱਚ। ਸਤਿਗੁਰੂ ਜੀ ਕਹਿਣ ਲੱਗੇ ਵੀ ਆ ਦੇਖ ਲਓ ਪਰਮਾਤਮਾ ਦੇ ਕਿਤਨੇ ਵੱਡੇ ਵੱਡੇ ਦੀਵੇ ਰਾਵ ਚੰਦ ਦੀਪਕ ਬਨੇ। ਸੂਰਜ ਤੇ ਚੰਦਰਮਾ ਕਿਤਨੀ ਰੋਸ਼ਨੀ ਦੇ ਰਹੇ ਨਾ ਸਾਰੇ ਸੰਸਾਰ ਨੂੰ। ਤਾਰਕਾ ਮੰਡਲ ਜਨਕ ਮੋਤੀ। ਤਾਰਕਾ ਮੰਡਲ ਜਨਕ ਮੋਤੀ, ਜੋ ਤਾਰੇ ਮਾਨੋ ਮੋਤੀਆਂ ਦੇ ਸਮਾਨ, ਜੋ ਵੀ ਉਹਨਾਂ ਨੇ ਥੋੜ੍ਹੀ ਬਹੁਤੀ ਸਮੱਗਰੀ ਰੱਖੀ ਹੁੰਦੀ ਹੈ ਥਾਲ ਦੇ ਵਿੱਚ। ਤਾਰਕਾ ਮੰਡਲ ਜਨਕ ਮੋਤੀ, ਇਹ ਤਾਰੇ ਮਾਨੋ ਹੀਰੇ ਜਵਾਹਰਤਾਂ ਦੇ ਸਮਾਨ ਹਨ। ਧੂਪ ਮਲ ਆਨ ਲੋ ਪਵਨ ਚਬਰੋ ਕਰੀ। ਧੂਪ ਮਲ ਆਨ ਲੋ, ਪੰਡਿਆਂ ਨੇ ਬੇਨਤੀ ਕੀਤੀ ਮਹਾਰਾਜ ਧੂਪ ਕਿਹੜੀ ਤਕਾਉਂਦੇ ਤੁਸੀਂ ਨਾ? ਅਸੀਂ ਤਾਂ ਧੂਪਾ ਤਕਾਉਂਦੇ ਆ ਠਾਕਰ ਜੀ ਨੂੰ। ਜਦੋਂ ਆਰਤੀ ਕਰੀਂਦੀ ਹੈ ਉਸ ਸਮੇਂ ਧੂਪ ਮਲ ਆਨ ਲੋ। ਗੁਰੂ ਬਾਬਾ ਜੀ ਕਹਿਣ ਲੱਗੇ ਵੀ ਜਿਹੜਾ ਹੈ ਮਲਿਆਗਰ ਨਾਮ ਦਾ ਬਹੁਤ ਵੱਡਾ ਪਹਾੜ, ਜਦੋਂ ਕਿਤੇ ਚੇਤ ਦੇ ਮਹੀਨੇ ਬਾਂਸਾਂ ਨੂੰ ਲੱਗਦੀ ਹੈ ਅੱਗ, ਉਹਦੇ ਲੱਗਣ ਦੇ ਕਾਰਨ ਜਿਹੜੇ ਨੇ ਚੰਦਨ ਦੇ ਬੂਟੇ ਸੜਦੇ ਨੇ, ਉਹਦੇ ਵਿੱਚੋਂ ਜਦੋਂ ਬੜੀ ਖੁਸ਼ਬੂ ਸੁਗੰਧੀ ਆਉਣ ਲੱਗ ਪੈਂਦੀ ਹੈ। ਧੂਪ ਮਲ ਆਨ ਲੋ ਪਵਨ ਚਵਰੋ ਕਰੇ, ਉਹਦੀ ਜਿਹੜੀ ਧੂਪ ਸਦਾਵਾਤੀ ਹੁੰਦੀ ਹੈ, ਪਵਨ ਚਵਰੋ ਕਰੇ। ਸਤਿਗੁਰੂ ਜੀ ਕਹਿਣ ਲੱਗੇ ਤੂੰ ਤਾਂ
ਛੋਟੇ ਛੋਟੇ ਚੌਰ ਫੜੇ ਨੇ ਨਾ ਹੱਥਾਂ 'ਚ, ਪਵਨ ਚਵਰੋ ਕਰੇ। ਆ ਜਿਹੜੀ ਹਵਾ ਦੇ ਨਾਲ ਬਨਾਸਪਤੀ ਆਪਣੇ ਆਪ ਦਰਖਤ ਵਗੈਰਾ ਬੂਟੇ ਵਗੈਰਾ ਹਿਲ ਰਹੇ ਨੇ ਨਾ, ਕਿਤਨਾ ਵੱਡਾ ਚੌਰ ਉਸ ਬੇਅੰਤ ਪਰਮਾਤਮਾ ਦੇ ਉੱਪਰ ਸਦਾ ਦੇ ਵਾਸਤੇ ਹੋ ਰਿਹਾ ਹੈ। ਸਗਲ ਬਨ ਰਾਏ ਪੁਲੰਤ ਜੋਤੀ। ਸਗਲ ਬਨ ਰਾਏ ਫੂਲੰਤ ਜੋਤੀ, ਜਿਹੜੇ ਹੋਰ ਨਿੱਕੇ ਨਿੱਕੇ ਦੀਵੇ ਜਗਾਏ ਹੋਏ ਨੇ। ਸਗਲ ਬਨ ਰਾਏ ਫੂਲੰਤ ਜੋਤੀ, ਜੋ ਵੀ ਨਾਨਾ ਪ੍ਰਕਾਰ ਦੀ ਬਨਾਸਪਤੀ ਪ੍ਰਫੁੱਲਤ ਹੋ ਰਹੀ ਹੈ ਚਾਰੇ ਪਾਸੇ। ਸਗਲ ਬਨ ਰਾਏ ਫੁਲੰਤ ਜੋਤੀ, ਉਹ ਵੀ ਫਿਰ ਜਿਵੇਂ ਖੁਸ਼ਬੂਦਾਰ ਵਸਤੂਆਂ ਰੱਖਦੇ ਨੇ ਉਸ ਸਮੇਂ ਠਾਕਰ ਜੀ ਨੂੰ ਦੇਣ ਦੇ ਲਈ ਸਗਲ ਬਨ ਰਾਏ ਫੁਲੰਤ ਜੋਤੀ, ਵੀ ਜਿਹੜੀ ਬਨਾਸਪਤੀ ਬਗੀਚਿਆਂ ਦੇ ਵਿੱਚ ਫੁੱਲਾਂ ਦੇ ਸਹਿਤ ਬੜੀ ਪ੍ਰਫੁੱਲਤ ਹੋ ਰਹੀ ਹੈ। ਇਹ ਮਾਨੋ ਅਸੀਂ ਬੜੀਆਂ ਜਿਹੜੀਆਂ ਖੁਸ਼ਬੂਦਾਰ ਚੀਜ਼ਾਂ ਉਸ ਪਰਮਾਤਮਾ ਦੇ ਉੱਪਰ ਹੋ ਰਹੀਆਂ ਹਨ। ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ। ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ, ਜੋ ਪਰਮਾਤਮਾ ਵਾਹਿਗੁਰੂ ਭਵ ਖੰਡਨਾ ਸਾਰੇ ਪੁਰਾਣੀਆਂ ਦੇ ਜਨਮ ਮਰਨ ਦੇ ਦੁੱਖਾਂ ਨੂੰ ਕੱਟਣ ਵਾਲੇ ਨਾ। ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ, ਵੀ ਆ ਮਾੜੀ ਮੋਟੀ ਆਰਤੀ ਹੁਣ ਅਸੀਂ ਤੁਛਬੁੱਧੀ ਵਾਲੇ ਤੇਰੀ ਕਿਵੇਂ ਕਰ ਸਕਦੇ ਹਾਂ। ਅਨਹਤਾ ਸ਼ਬਦ ਵਾ ਜੰਤ ਭੇਰੀ ਰਹਾਓ। ਵੈਰ ਪਾਂਡਿਆਂ ਨੇ ਬੇਨਤੀ ਕੀਤੀ, ਮਹਾਰਾਜ ਜੀ ਅਸੀਂ ਤਾਂ ਇੱਥੇ ਸ਼ੰਖ ਵੀ ਵਜਾਉਨੇ ਆ, ਆ ਤੂਤੀਆਂ ਵਗੈਰਾ ਵੀ, ਘੜਿਆਲਾਂ ਢੱਲੀਆਂ ਵੀ ਵੱਜਿਆ ਕਰਦੀਆਂ ਨੇ ਵੱਡੇ ਵੱਡੇ ਮੰਦਰਾਂ 'ਚ ਅੰਮ੍ਰਿਤ ਵੇਲੇ ਹੀ। ਅਨਹਤਾ ਸ਼ਬਦ ਵਾ ਜੰਤ ਭੇਰੀ ਰਹਾਓ, ਵੀ ਜੋ ਪੁਰਾਣੀਆਂ ਦੀ ਰਸਨਾ ਤੋਂ ਆਵਾਜ਼ਾਂ ਧੁਨੀਆਂ, ਇਹ ਮਾਨੋ ਉਸ ਨਿਰਗੁਣ ਵਾਹਿਗੁਰੂ ਦੀ ਆਰਤੀ ਦੇ ਸੰਬੰਧ ਦੇ ਵਿੱਚ ਸ਼ੰਖ ਘੜਿਆਲ ਵੱਜ ਰਹੇ ਹਨ। ਸਹਿਸ ਤਬ ਨੈਨ ਨਨ ਨੈਨ ਹੈ ਤੋਹਿ ਕੋ। ਉਸ ਸਮੇਂ ਗੁਰੂ ਬਾਬਾ ਜੀ ਕਹਿਣ ਲੱਗੇ ਵੀ ਦੇਖੋ ਸਹਿਸ ਤਬ ਨੈਣ, ਵੀ ਸਰਗੁਣ ਕਰਕੇ ਉਸ ਪਰਮਾਤਮਾ ਦੇ ਕਿਤਨੇ ਨੇਤਰ ਹਨ। ਸਹਿਸ ਤਬ ਨੈਣ ਨਨ ਨੈਣ ਹੈ ਤੋਏ ਕੋ, ਜੋ ਨਿਰਗੁਣ ਵਾਹਿਗੁਰੂ ਨੇ ਆਪਣੇ ਰੂਪ ਧਾਰਨ ਕੀਤੇ ਹੋਏ ਹਨ। ਸਹਿਸ ਤਬ ਨੈਣ, ਉਸ ਦੇ ਪਤਾ ਨਹੀਂ ਬੇਅੰਤ ਜਿਹੜੇ ਨੇਤਰ ਬਣੇ ਹੋਏ ਹਨ। ਨਨ ਨੈਣ ਹੈ ਤੋਏ ਕੋ, ਨਿਰਗੁਣ ਕਰਕੇ ਉਸ ਦਾ ਕੋਈ ਵੀ ਨੇਤਰ ਜਾ ਅੱਖ ਨਹੀਂ ਹੈ। ਸਹਿਸ ਮੂਰਤ ਨਨਾ ਏਕ ਤੋਹੀ। ਸਹਿਸ ਮੂਰਤ ਸਰਗੁਣ ਕਰਕੇ ਪਰਮਾਤਮਾ ਨੇ ਬੜੀਆਂ ਜਿਹੜੀਆਂ ਮੂਰਤੀਆਂ ਧਾਰਨ ਕੀਤੀਆਂ ਹੋਈਆਂ ਨੇ ਮਾਤਲੋ ਦੀ ਧਰਤੀ ਤੇ। ਨਿਰਗੁਣ ਕਰਕੇ ਕੋਈ ਵੀ ਉਹਦੀ ਮੂਰਤੀ ਨਹੀਂ ਹੈ। ਸਹਿਸ ਪਦ ਬਿਮਲ ਨਨ ਏਕ ਪਦ ਗੰਧ ਬਿਨ। ਨਿਰਗੁਣ ਕਰਕੇ ਪਰਮਾਤਮਾ ਦੇ ਕਿਤਨੇ ਚਰਨ ਬਣੇ ਹੋਏ ਨੇ ਨਾ, ਨੌਰ ਨਿਰਗੁਣ ਕਰਕੇ ਕੋਈ ਵੀ ਉਹਦਾ ਚਰਨ ਨਹੀਂ ਹੈ। ਸਹਿਸ ਪਦ ਬਿਮਲ ਨਨ ਏਕ ਪਦ ਗੰਧ ਬਿਨ। ਇਸ ਕਰਕੇ ਸਹਿਸ ਪਦ ਬਿਮਲ ਕਿਤਨੇ ਚਰਨ ਨੇ ਸਰਗੁਣ ਪਰਮਾਤਮਾ ਦੇ। ਸਹਿਸ ਤਬ ਗੰਧ ਇਬ ਚਲਤ ਮੋਹੀ। ਸਹਿਸ ਤਬ ਗੰਧ ਸਰਗੁਣ ਕਰਕੇ ਪ੍ਰਭੂ ਦੇ ਬੜੇ ਨਕਾਨ ਖੁਸ਼ਬੂ ਲੈਣ ਵਾਲੇ। ਨਿਰਗੁਣ ਰੂਪ ਕਰਕੇ ਕੋਈ ਵੀ ਹੋ ਜਿਹਾ ਨਕ ਨਹੀਂ ਪਾਇਆ ਜਾਂਦਾ। ਸਭ ਮਹਿ ਜੋਤ ਜੋਤ ਹੈ ਸੋਈ। ਸਭ ਮੈਂ ਜੋਤ ਜੋਤ ਹੈ ਸੋਏ, ਉਹ ਤਾਂ ਸਾਰਿਆਂ ਦੇ ਵਿੱਚ ਇੱਕ ਜੋਤ ਰੂਪ ਹੋ ਕਰਕੇ ਐਸੀ ਰੋਸ਼ਨੀ ਐਸਾ ਚਾਨਣ ਉਹਦੀ ਸੱਤਿਆ ਦੇ ਨਾਲ ਸਾਰਿਆਂ ਦੇ ਮਨ ਦੇ ਵਿੱਚ ਹੋ ਰਿਹਾ ਹੈ। ਤਿਸ ਕੈ ਚਾਨਣ ਸਭ ਮਹਿ ਚਾਨਣ ਹੋਈ। ਤੇ ਦਾ ਚਾਨਣ ਸਭ ਮੈਂ ਚਾਨਣ ਹੋਏ। ਔਰ ਜਿਹੜੇ ਸੂਰਜ ਚੰਦਰਮਾ ਉਹਨਾਂ ਦੇ ਵਿੱਚ ਵੀ
ਪਰਮਾਤਮਾ ਦੀ ਸੱਤਾ ਦੇ ਨਾਲ ਹੀ ਰੋਸ਼ਨੀ ਪੈਦਾ ਹੋ ਰਹੀ ਹੈ ਸਦਾ ਦੇ ਲਈ। ਤੇ ਇੱਦਾਂ ਚਾਨਣ ਸਾਹਮਣੇ ਚਾਨਣ ਹੋਏ ਜਿਨ੍ਹਾਂ ਨੇ ਇਹੋ ਜਿਹਾ ਗਿਆਨ ਦਾ ਚਾਨਣਾ ਪ੍ਰਾਪਤ ਕਰ ਲਿਆ, ਉਹ ਫਿਰ ਸਾਰਿਆਂ ਦੇ ਵਿੱਚ ਉਹਦੇ ਦਰਸ਼ਨ ਵੀ ਕਰਨ ਲੱਗ ਜਾਂਦੇ ਹਨ। ਗੁਰ ਸਾਖੀ ਜੋਤ ਪ੍ਰਗਟ ਹੋਈ। ਗੁਰ ਸਾਖੀ ਜੋਤ ਪ੍ਰਗਟ ਹੋਏ। ਪਾਂਡੇ ਕਹਿਣ ਲੱਗੇ ਮਹਾਰਾਜ ਇਹੋ ਜੀ ਰੋਸ਼ਨੀ ਚਾਨਣ ਮਿਲੂਗਾ ਕਿਵੇਂ? ਸਾਨੂੰ ਗੁਰ ਸਾਖੀ ਜੋਤ ਪ੍ਰਗਟ ਹੋਏ ਜਿਨ੍ਹਾਂ ਨੇ ਗੁਰੂ ਦੀ ਸਿੱਖਿਆ, ਗੁਰੂ ਦੇ ਉਪਦੇਸ਼ ਦੀ ਕਾਲਣਾ ਕਾਲੀ ਕਮਾਈ ਕੀਤੀ। ਗੁਰ ਸਾਖੀ ਜੋਤ ਗੁਰੂ ਦੀ ਜਿਹੜੀ ਹੈ ਸਿੱਖਿਆ ਹੈ, ਉਪਦੇਸ਼ ਦੁਆਰਾ ਫਿਰ ਅੰਦਰੋਂ ਹੀ ਉਸ ਪਰਮਾਤਮਾ ਦੀ ਜੋਤ ਨੂੰ ਵੀ ਵੱਡੇ ਭਾਗਾਂ ਵਾਲੇ ਪ੍ਰਗਟ ਕਰ ਲੈਂਦੇ ਹਨ। ਜੋ ਤਿਸ ਭਾਵੈ ਸੋ ਆਰਤੀ ਹੋਈ। ਜੋ ਪਰਮਾਤਮਾ ਨੂੰ ਇਹੋ ਜੀ ਬਹੁਤ ਵੱਡੀ ਆਰਤੀ ਪਾਉਂਦੀ ਆ, ਉਹ ਤਾਂ ਸਦਾ ਵਾਸਤੇ ਹੁੰਦੀ ਰਹਿੰਦੀ ਹੈ। ਹਰ ਚਰਨ ਕਮਲ ਮਕਰੰਦ ਲੋਭਿਤ ਮਨੋ। ਉਸ ਸਮੇਂ ਪਾਂਡੇ ਕਹਿਣ ਲੱਗੇ ਮਹਾਰਾਜ ਵੀ ਆਰਤੀ ਤੋਂ ਬਾਅਦ ਅਸੀਂ ਕੋਈ ਨਾ ਕੋਈ ਜਿਹੜਾ ਫਲ, ਕੋਈ ਨਾ ਕੋਈ ਸਾਡੇ ਮਨ ਦੇ ਵਿੱਚ ਇੱਛਾ ਹੁੰਦੀ ਆ ਵੀ ਫਲਾਣਾ ਪਦਾਰਥ ਠਾਕਰ ਦੇ ਕੋਲੋਂ ਲੈਣਾ। ਆਪ ਨੇ ਕਿਹੜੀ ਵਸਤੂ ਦੀ ਮੰਗ ਕੀਤੀ ਹੈ ਨਾ ਭਗਵਾਨ ਦੇ ਕੋਲੋਂ, ਉਸ ਸਮੇਂ ਗੁਰੂ ਬਾਬਾ ਜੀ ਨੇ ਇਹਨਾਂ ਬਚਨਾਂ ਦੁਆਰਾ ਹਰ ਚਰਨ ਕਮਲ ਮਕਰੰਦ ਲੋਭਿਤ ਮਨੋ। ਹਰ ਚਰਨ ਕਮਲ ਮਕਰੰਦ ਲੋਭਿਤ ਮਨੋ। ਗੁਰੂ ਬਾਬਾ ਜੀ ਕਹਿਣ ਲੱਗੇ ਵੀ ਅਸੀਂ ਤਾਂ ਪ੍ਰਭੂ ਦੇ ਚਰਨਾਂ 'ਚ ਉਹੀ ਦਾਤ ਮੰਗਦੇ ਆ ਵੀ ਸਾਡਾ ਮਨ ਰੂਪੀ ਜਿਹੜਾ ਭੌਰਾ, ਹਰ ਚਰਨ ਕਮਲ ਮਕਰੰਦ ਲੋਭਿਤ ਮਨੋ, ਵੀ ਇਹ ਜੇ ਉਸ ਪਰਮਾਤਮਾ ਦੇ ਚਰਨਾਂ ਦੇ ਵਿੱਚ ਹੀ ਸਦਾ ਮਾਤ ਰਹੇ, ਜਿਵੇਂ ਭੌਰੇ ਕਮਲਾਂ ਦੇ ਫੁੱਲ ਤੇ ਉੱਪਰ ਸੁਗੰਧੀ ਲੈਂਦੇ ਲੈਂਦੇ ਉਹਨਾਂ ਦੇ ਉੱਪਰ ਹੀ ਮਸਤ ਹੋ ਜਾਂਦੇ ਹਨ। ਅਨ ਦਿਨੋ ਮੋਹਿ ਆਹੀ ਪਿਆਸਾ। ਅਨ ਦਿਨ ਮੋਹਿ ਆਹੀ ਪਿਆਸਾ। ਇਹੀ ਪਿਆਸਾ ਸਾਡੇ ਮਨ ਦੇ ਵਿੱਚ ਸਦਾ ਦੇ ਲਈ ਬਣੀ ਰਹਿੰਦੀ ਹੈ ਵੀ ਸਾਡਾ ਮਨ ਰੂਪੀ ਜਿਹੜਾ ਭੌਰਾ ਵਾਹਿਗੁਰੂ ਦੇ ਚਰਨਾਂ ਰੂਪੀ ਕਮਲ ਦੇ ਉੱਪਰ ਸਦਾ ਵਾਸਤੇ ਆਨੰਦ ਮਾਣਦਾ ਰਹੇ। ਇਹੋ ਜੀ ਪਿਆਸਾ ਚਿੱਤ ਦੇ ਅੰਦਰ ਸਦਾ ਦੇ ਲਈ ਬਣੀ ਰਹਿੰਦੀ ਹੈ। ਕਿਰਪਾ ਜਲ ਦੇ ਨਾਨਕ ਸਾਰਿੰਗ ਕੋ। ਕਿਰਪਾ ਜਲ ਦੇ ਨਾਨਕ ਸਾਰੰਗ ਕੋ। ਐ ਵਾਹਿਗੁਰੂ ਸਾਡੇ ਮਨ ਰੂਪੀ ਪਪੀਏ ਨੂੰ ਕਿਰਪਾ ਜਲ ਦੇ। ਆਪ ਦੀ ਕਿਰਪਾ ਰੂਪੀ ਜਲ ਦੀ ਮਨ ਰੂਪੀ ਪਪੂਏ ਦੇ ਲਈ ਮੰਗ ਕਰਦੇ ਆ। ਹੋਏ ਜਾਤੀ ਤੇਰਾ ਨਾਮ ਵਾਸਾ। ਜਿਸ ਕਰਕੇ ਫੇਰੀ ਹਿਰਦੇ ਦੇ ਅੰਦਰ ਆਪ ਦੇ ਨਾਮ ਦਾ ਵਾਸਾ ਹੋ ਨਾ, ਜਦੋਂ ਕੋਈ ਤੜਫਣਾ ਪਿਆਸ ਚਿੱਤ ਦੇ ਅੰਦਰ ਪੈਦਾ ਹੋਣੀ ਹੈ। ਦੋਹਰਾ ਇਸ ਪ੍ਰਕਾਰ ਕੀ ਆਰਤੀ ਨਿਤ ਉਤਾਰ ਕਰਤਾਰ। ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣ ਲੱਗੇ ਉਹਨਾਂ ਪਾਂਡਿਆਂ ਨੂੰ ਵੀ ਦੇਖ ਲਓ ਨਿਰਗੁਣ ਵਾਹਿਗੁਰੂ ਦੀ ਇਹੋ ਜੀ ਬਹੁਤ ਵੱਡੀ ਆਰਤੀ ਤਾਂ ਸਦਾ ਵਾਸਤੇ ਹੁੰਦੀ ਰਹਿੰਦੀ ਹੈ। ਮਨ ਕੋ ਰੋਕ ਜੋ ਕਰਤ ਇਉ ਫਿਰ ਨਾ ਪਾਈ ਸੰਸਾਰ। ਜਿਨ੍ਹਾਂ ਨੇ ਮਨ ਨੂੰ ਰੋ ਕਰਕੇ ਕਿਤੇ ਠਾਕਰ ਦੀ ਆਰਤੀ ਉਤਾਰ ਲਈ, ਉਹ ਫਿਰ ਕਦੇ ਆ ਜੰਮਣ ਔਰ ਮਰਨਾ ਦੇ ਚੱਕਰ ਦੇ ਵਿੱਚ ਨਹੀਂ ਪੈਂਦੇ ਹਨ। ਚੌਪਈ ਸੁਨ ਕਰ ਪੰਡੀ ਬੰਧਨ ਕਰਹੀ। ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਸੁਣ ਕੇ ਪ੍ਰਵਚਨ ਸਾਰੇ ਬ੍ਰਾਹਮਣ ਵੀ ਪਾਂਡੇ ਲੋਕ ਜੋ ਮੰਦਰਾਂ ਦੀ ਸੇਵਾ ਦੇ ਉੱਪਰ ਰੱਖੇ ਹੁੰਦੇ ਹਨ, ਉਸੇ ਬਾਤ ਵਾਰ-ਵਾਰ ਮਹਾਰਾਜ ਦੇ ਚਰਨਾਂ ਤੇ ਆ ਕੇ ਮੱਥਾ ਟੇਕਣ ਲੱਗ ਪਏ। ਮਹਾਪੁਰਖ ਇਹ ਬਚਨ ਉਚਰਹੀ। ਦੇ ਲਿਆ ਵੀ ਤਾਂ ਕੋਈ ਪੂਰਨ ਮਹਾਂਪੁਰਖ ਸਾਨੂੰ ਭਾਸਦੇ ਹਨ, ਜਿਨ੍ਹਾਂ ਦੇ ਬਚਨਾਂ ਦਾ ਸਾਡੇ ਮਨਾਂ ਦੇ ਉੱਪਰ ਬੜਾ ਐਸਾ ਇੱਕ ਤਰ੍ਹਾਂ ਦਾ ਜਿਵੇਂ ਕਹਿ ਦਈਏ ਵੀ ਜਾਦੂ ਦਾ ਕੰਮ ਹੋ ਗਿਆ ਹੈ। ਇਹ ਸਤ ਸਭ ਇਨ ਕੋ ਕਹਿਨੋ। ਇਹਨਾਂ ਦਾ ਇਕੱਲਾ ਇਕੱਲਾ
ਕੀਤਾ ਹੋਇਆ ਬਚਨ ਬਿਲਕੁਲ ਸੱਚੀ ਹੈ ਨਾ। ਆਪਾਂ ਤਾਂ ਵੀ ਇੱਕ ਰਸਮੀ ਤੌਰ 'ਤੇ ਰੋਜ਼ ਦੀ ਰੋਜ਼ ਠਾਕਰ ਦੀ ਆਰਤੀ ਕਰਦੇ ਰਹਿੰਦੇ ਆ, ਪਰ ਮਨ ਸਾਡਾ ਕਦੇ ਵੀ ਇਕਾਗਰ ਨਹੀਂ ਹੋਇਆ। ਹੁਣ ਜਿਸ ਪ੍ਰਕਾਰ ਸਤਿਗੁਰੂ ਜੀ ਨੇ ਇਹਨਾਂ ਨੂੰ ਵੀ ਪਰਮਾਤਮਾ ਦੀ ਭਗਤੀ ਦੇ ਵਿੱਚ ਜੋੜਨਾ ਹੈ, ਉਸ ਪ੍ਰਸੰਗ ਦੀ ਵਿਚਾਰ ਅੱਗੇ ਕੀਤੀ ਜਾਏਗੀ। ਇਉਂ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਗੁਰਤਾ ਗੱਦੀ 'ਤੇ ਵਿਰਾਜਮਾਨ ਹੋ ਕੇ ਆਪਣੇ ਪਵਿੱਤਰ ਉਪਦੇਸ਼ ਅਤੇ ਦਰਸ਼ਨ ਦੁਆਰਾ ਬੜ ਭਾਗੇ ਗੁਰ ਸਿੱਖਾ ਤਾਈ ਨੇ ਹਾਲ ਕਰ ਰਹੇ ਨੇ। ਅਹ ਸਤ ਸਭ ਇਨਕੋ ਕਹਿਨੋ, ਮਨ ਸਥਿਰ ਇਕ ਛਿਨ ਨਹਿ ਰਹਿਨੋ। ਅਹ ਸਤ ਸਭ ਇਨਕੋ ਕਹਿਨੋ, ਮਨ ਸਥਿਰ ਇਕ ਛਿਨ ਨਹਿ ਰਹਿਨੋ। हे चौथ है पार ब्रह्म अविनाशी ਅਗਨਾਸ